शनाख्ती कार्ड की फोटो कॉपी, बेफारम या बर्थ सर्टिफिकेट की फोटो कॉपी और 2 अदद 2 पासपोर्ट साइज तस्वीर। अस्सलामुअलैकुम जनाब, क्या हाल चाल है? उम्मीद करता हूँ तमाम दोस्त ठीक ठाक होंगे। खुदा न खास्ता कहीं आप मजदूर तो नहीं, या आपके इर्द गिर्द या आपके इलाके में कोई ऐसा मजदूर अफराद है, तो ये वीडियो आपके लिए है। आप इस वीडियो को देखें और उन लोगों तक इसको जरूर पहुंचाएं। तो जनाब, मेरे पास डेरा गाजी खान से टिकटॉक पर ये एक कमेंट आया है। अकरम भाई हैं जो कि पूछ रहे हैं कि जनाब, मैंने 45 दिन से सर्वे करवा रखा है, मेरी रहनुमाई करें, अभी तक मेरा कुछ भी नहीं बना। तो जनाब, आज का जो वीलॉग है मेरा इसी हवाले से है। इस हवाले से मैं पहले भी वीडियो बना चुका हूँ और आज इस सवाल के ऊपर आज का वीलॉग मजदूर अफराद के हवाले से है, हिम्मत कार्ड के हवाले से है। इस वीडियो को एंड तक लाजमी देखिए। अगर आप मेरे चैनल पर पहली दफा हैं तो इस चैनल को सब्सक्राइब कर लें और वीडियो को लाइक शेयर भी लाजमी करें। तो जनाब, अब हम बात करते हैं मजदूर कार्ड किस तरह बनता है, क्या क्या इसके लिए तरीकाकार चाहिए। तो जनाब, अब मैं पंजाबी के अंदर बात करूंगा क्योंकि कुछ लोग जो है उनको उर्दू की सही समझ नहीं आती। कोई भी बंदा ਤੁਹਾਡੇ इर्द गिर्द मजदूर है तो मजदूर कार्ड बनवाने वास्ते, हिम्मत कार्ड बनवाने वास्ते ਕਿਹੜੀਆਂ चीज़ां जरूरी ने। सब तो पहले शनाख्ती कार्ड दी फोटो कापी, 2 पासपोर्ट साइज तस्वीरें चाहिए। शनाख्ती कार्ड दी फोटो कापी चाहिए। अगर कोई बच्चा या ਉਹਦਾ ਸ਼ਨਾਖਤੀ ਕਾਰਡ नहीं ਬਣਿਆ ਹੋਇਆ ਤੇ ਉਹਦੇ ਬੇਫਾਰਮ ਦੀ ਫੋਟੋ ਕਾਪੀ ਚਾਹੀਦੀ ਆ। ਅਗਰ ਬੇਫਾਰਮ ਵੀ ਨਹੀਂ ਹੈ, ਉਮਰ 18 ਸਾਲ ਹੈ, ਜ਼ਿਆਦਾ ਹੈ, ਬਾਜ਼ ਐਸੇ ਲੋਕ ਵੀ ਮੈਂ ਵੇਖੇ ਨੇ ਕਿ ਉਹਨਾਂ ਨੇ ਆਪਣੇ ਮਾਜ਼ੂਰ ਬੱਚਿਆਂ ਦਾ ਨਾ ਤਾਂ ਸ਼ਨਾਖਤੀ ਕਾਰਡ ਬਣਵਾਇਆ, ਨਾ ਉਹਨਾਂ ਦਾ ਬੇਫਾਰਮ ਬਣਵਾਇਆ ਔਰ ਨਾ ਹੀ ਉਹਨਾਂ ਦਾ ਨਾਮ ਯੂਨੀਅਨ ਕੌਂਸਲ ਦੇ ਅੰਦਰ ਦਰਜ ਕਰਵਾਇਆ। ਤੇ ਇਸ ਹਵਾਲੇ ਨਾਲ ਮੈਂ ਇਹ ਗੱਲ ਕਰ ਰਿਹਾ ਕਿ ਅਗਰ ਕਿਸੇ ਦਾ ਬੇਫਾਰਮ ਵੀ ਨਹੀਂ ਹੈ ਤੇ ਫਿਰ ਉਹ ਕੀ ਕਰ ਸਕਦਾ। ਅਗਰ ਕਿਸੇ ਕੋਲ ਬੇਫਾਰਮ ਨਹੀਂ ਹੈ ਤੇ ਉਹ ਯੂਨੀਅਨ ਕੌਂਸਲ ਦੇ ਵਿੱਚੋਂ ਹੁਣ ਵੀ, ਅਗਰ ਉਹਦੀ ਉਮਰ 18 ਸਾਲ ਹੈ, 20 ਸਾਲ ਹੈ, 25 ਸਾਲ ਹੈ, ਤੇ ਹੁਣ ਇਸ ਟਾਈਮ ਵੀ ਉਹ ਆਪਣੀ ਯੂਨੀਅਨ ਕੌਂਸਲ ਦੇ ਵਿੱਚੋਂ ਆਪਣਾ ਬਰਥ ਸਰਟੀਫਿਕੇਟ ਬਣਵਾ ਸਕਦਾ ਆ। ਬਰਥ ਸਰਟੀਫਿਕੇਟ ਦੀ ਫੋਟੋ ਕਾਪੀ, ਇਹ 3 ਚੀਜ਼ਾਂ ਹੁੰਦੀਆਂ ਨੇ। ਸ਼ਨਾਖਤੀ ਕਾਰਡ ਦੀ ਫੋਟੋ ਕਾਪੀ, ਬੇਫਾਰਮ ਜਾਂ ਬਰਥ ਸਰਟੀਫਿਕੇਟ ਦੀ ਫੋਟੋ ਕਾਪੀ ਔਰ 2 ਅਦਦ 2 ਪਾਸਪੋਰਟ ਸਾਈਜ਼ ਤਸਵੀਰਾਂ, ਇਹ ਲੈ ਕੇ ਤੁਸੀਂ ਚਲੇ ਜਾਣਾ ਸੋਸ਼ਲ ਵੈਲਫੇਅਰ ਦੇ ਦਫ਼ਤਰ ਦੇ ਅੰਦਰ, ਜਾਂ ਸੋਸ਼ਲ ਵੈਲਫੇਅਰ ਜਾਂ ਫਿਰ ਬੈਤੁਲ ਮਾਲ। ਤੇ ਤਹਿਸੀਲ ਲੈਵਲ ਦੇ ਉੱਤੇ ਗੱਲ ਕਰੂੰਗਾ ਤੇ ਤਹਿਸੀਲ ਲੈਵਲ ਦੇ ਉੱਤੇ ਸੋਸ਼ਲ ਵੈਲਫੇਅਰ ਦਾ ਦਫ਼ਤਰ ਹੈ ਔਰ ਦਫ਼ਤਰ ਵੀ ਤਕਰੀਬਨ ਹਰ ਹਸਪੀਟਲ ਦੇ ਅੰਦਰ, THQ ਤਹਿਸੀਲ ਲੈਵਲ ਦਾ ਜਿਹੜਾ ਹਸਪਤਾਲ ਹੈ ਸਰਕਾਰੀ, ਉਹਦੇ ਵਿੱਚ ਸੋਸ਼ਲ ਵੈਲਫੇਅਰ ਦਾ ਦਫ਼ਤਰ ਮੌਜੂਦ ਹੈ। ਉੱਥੇ ਤੁਸੀਂ ਇਹ ਲੈ ਕੇ ਚਲੇ ਜਾਵੋ। ਮਜ਼ਦੂਰ ਨੂੰ ਖੁਦ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ, ਉਹਦੇ ਘਰ ਦਾ ਵੀ ਕੋਈ ਫਰਦ ਵੀ ਇਹ ਲੈ ਕੇ ਜਾ ਸਕਦਾ ਆ। ਇਹ ਚੀਜ਼ਾਂ ਉੱਥੇ ਜਾ ਕੇ ਜਮ੍ਹਾਂ ਕਰਵਾਵੋ। ਅਗਰ ਉਹਨਾਂ ਦਾ ਪ੍ਰੋਗਰਾਮ ਹੋਇਆ 1 ਦਿਨ, 2 ਦਿਨ, 4 ਦਿਨ, ਜਿਸ ਦਿਨ ਵੀ ਉਹਨਾਂ ਦਾ ਮੈਡੀਕਲ ਦਾ ਪ੍ਰੋਗਰਾਮ ਹੋਇਆ, ਉਹ ਫਿਰ ਤੁਹਾਨੂੰ ਉਸ ਦਿਨ ਫੋਨ ਕਰਨਗੇ, ਕਾਲ ਕਰਨਗੇ ਜਾਂ ਤੁਹਾਨੂੰ ਦੱਸਣਗੇ ਕਿ ਜਨਾਬ ਤੁਸੀਂ ਮੈਡੀਕਲ ਜਿਹੜਾ ਹੈ ਉਹ ਆਪਣਾ ਕਿਸ ਵਕਤ ਕਰਵਾ ਸਕਦੇ ਹੋ। ਫਿਰ ਡਾਕਟਰ ਕਰੇਗਾ ਮੈਡੀਕਲ, ਡਾਕਟਰ ਇਹ ਚੀਜ਼ ਡਿਸਾਈਡ ਕਰੇਗਾ ਕਿ ਆਇਆ ਇਹ ਬੰਦਾ ਕਿੰਨਾ ਮਜ਼ਦੂਰ ਆ, ਕਿੰਨਾ ਡੈਮੇਜ ਆ। ਕਿਉਂਕਿ ਜਿਹੜੇ ਨੇ ਬਣਦੇ ਨੇ ਆਪਣੇ ਮਜ਼ਦੂਰ ਕਾਰਡ ਬਣਦੇ ਨੇ, ਉਹਨਾਂ ਦੇ ਮੁxtਲਫ ਕਿਸਮ ਦੀਆਂ ਵੈਰਾਈਟੀਆਂ ਨੇ। ਅਗਰ ਕੋਈ ਬੰਦਾ ਮੁਕੰਮਲ ਤੌਰ ਤੇ ਅਨਫਿਟ ਹੈ, ਕੰਮਕਾਰ ਨਹੀਂ ਕਰ ਸਕਦਾ, ਤੇ ਉਹਦੇ ਉੱਤੇ ਲਿਖਿਆ ਹੋਏਗਾ ਕਿ ਫਿਟ ਟੂ ਵਰਕ ਨੋ, ਯਾਨੀ ਕਿ ਇਹ ਕੰਮ ਨਹੀਂ ਕਰ ਸਕਦਾ। ਉਸੇ ਹੀ ਬੰਦੇ ਨੂੰ ਗਵਰਨਮੈਂਟ ਦੀ ਤਰਫੋਂ ਇਮਦਾਦ ਦਿੱਤੀ ਜਾਏਗੀ, ਜਿਹੜਾ ਕਿ ਇਸ ਟਾਈਮ ਇਮਦਾਦ ਚੱਲ ਰਹੀ ਹੈਗੀ ਆ, ਉਹ ਹੈਗੀ ਆ 10,500 ਰੁਪਏ ਹਰ 3 ਮਹੀਨੇ ਤੋਂ ਬਾਅਦ। ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਪੈਸਿਆਂ ਦੀ ਤਰ੍ਹਾਂ ਇਹ ਵੀ ਹਰ 3 ਮਹੀਨੇ ਤੋਂ ਬਾਅਦ 10,500 ਰੁਪਏ ਮਿਲ ਰਹੇ ਨੇ। ਆਉਣ ਵਾਲੇ ਵਕਤ ਦੇ ਵਿੱਚ ਇਹ ਇਮਦਾਦ ਵੱਧ ਵੀ ਸਕਦੀ ਹੈ। ਮਜ਼ਦੂਰੀ ਕਿਸੇ ਵੀ ਕਿਸਮ ਦੀ ਹੋਵੇ ਤੇ ਤੁਸੀਂ ਮਜ਼ਦੂਰ ਕਾਰਡ ਜਿਹੜਾ ਹੈ, ਹਿੰਮਤ ਕਾਰਡ ਜਿਹੜਾ ਹੈ ਉਹ ਬਣਵਾ ਸਕਦੇ ਹੋ, ਕਿਉਂਕਿ ਇਹਦੇ ਬਹੁਤ ਸਾਰੇ ਫਾਇਦੇ ਨੇ। ਅਗਰ ਉਹ ਬੰਦਾ ਮੁਕੰਮਲ ਤੌਰ ਤੇ ਅਨਫਿਟ ਹੈ ਤੇ ਹੁਕੂਮਤ ਦੀ ਤਰਫੋਂ ਉਹਦੀ ਇਮਦਾਦ ਕੀਤੀ ਜਾਏਗੀ। ਔਰ ਅਗਰ ਉਹ ਕੋਈ ਪੜ੍ਹਿਆ ਲਿਖਿਆ ਬੰਦਾ ਹੈ, ਸਰਕਾਰੀ ਨੌਕਰੀਆਂ ਜਿਹੜੀਆਂ ਆਉਂਦੀਆਂ ਨੇ, ਮਜ਼ਦੂਰ ਕੋਟਾ ਹੁੰਦਾ, ਉਹਦੇ ਵਿੱਚ ਉਹ ਨੌਕਰੀ ਕਰ ਸਕਦਾ ਹੈ। ਔਰ ਅਗਰ ਉਹ ਕੋਈ ਹੁਨਰ ਜਾਣਦਾ ਹੈ, ਕੋਈ ਕੰਮਕਾਰ ਜਾਣਦਾ ਹੈ ਜਾਂ ਕੋਈ ਦੁਕਾਨਦਾਰੀ ਕਰ ਸਕਦਾ ਹੈ, ਤੇ ਉਸ ਨੂੰ ਦੁਕਾਨ ਵੀ ਬਣਾ ਕੇ ਦਿੱਤੀ ਜਾ ਸਕਦੀ ਹੈ। ਉਸ ਨੂੰ ਕੋਈ ਨਾ ਕੋਈ ਕਾਰੋਬਾਰ ਵੀ ਸ਼ੁਰੂ ਕਰਵਾਇਆ ਜਾਂਦਾ ਹੈ। ਇਹ 2-3 ਕਿਸਮ ਦੀ ਇਮਦਾਦ ਹੈ ਤੇ तमाम ਲੋਕ ਜਿਹੜੇ ਨੇ ਉਹ ਇਸ ਚੀਜ਼ ਦੇ ਉੱਤੇ ਤਵੱਜੋ ਦੇਣ ਕਿ ਅਗਰ ਉਹਨਾਂ ਦੇ ਇਰਦ ਗਿਰਦ ਜਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਐਸਾ ਮਜ਼ਦੂਰ ਅਫਰਾਦ ਮੌਜੂਦ ਹੈ ਤੇ ਉਹ ਉਹਦਾ ਮਜ਼ਦੂਰ ਸਰਟੀਫਿਕੇਟ ਲਾਜ਼ਮੀ ਬਣਵਾਉਣ। ਸਰਟੀਫਿਕੇਟ ਬਣਨ ਤੋਂ ਬਾਅਦ ਹੀ ਅਗਲਾ ਕੰਮ ਸ਼ੁਰੂ ਹੁੰਦਾ ਹੈ। ਜਿਸ ਟਾਈਮ ਤੁਹਾਡਾ ਹਸਪੀਟਲ ਦੇ ਅੰਦਰ
ਮੈਡੀਕਲ ਹੋ ਜਾਏਗਾ। ਮੈਡੀਕਲ ਹੋਣ ਤੋਂ ਬਾਅਦ 20-25 ਦਿਨ, ਮਹੀਨਾ, ਡੇਢ ਮਹੀਨੇ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਜਿਹੜਾ ਹੈ ਮਜ਼ਦੂਰੀ ਦਾ ਉਹ ਜਾਰੀ ਕਰ ਦਿੱਤਾ ਜਾਂਦਾ ਆ। ਫਿਰ ਉਸ ਤੋਂ ਬਾਅਦ ਅਗਰ ਉਹ ਬੰਦਾ ਫਿਟ ਟੂ ਵਰਕ ਨੋ ਹੋਵੇ, ਯਾਨੀ ਕਿ ਉਹ ਕੰਮਕਾਰ ਨਹੀਂ ਕਰ ਸਕਦਾ, ਤੇ ਫਿਰ ਉਸ ਨੂੰ ਸੋਸ਼ਲ ਵੈਲਫੇਅਰ ਦੇ ਦਫ਼ਤਰ ਦੇ ਅੰਦਰ ਦੁਬਾਰਾ ਬੁਲਾਇਆ ਜਾਂਦਾ ਆ ਔਰ ਉਹਦੀ ਇਮਦਾਦ ਵਾਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਂਦੀ ਆ। ਅਗਰ ਤਾਂ ਕੋਈ ਐਸਾ ਬੰਦਾ ਹੋਵੇ ਕਿ ਜਿਹੜਾ ਖੁਦ ਸ਼ਹਿਰ ਆ ਜਾ ਸਕਦਾ ਹੋਵੇ, ਤੇ ਫਿਰ ਉਹ ਮਿਲਣ ਵਾਲੀ ਇਮਦਾਦ ਦਾ ਖੁਦ ਮਾਲਕ ਬਣ ਸਕਦਾ ਹੈ, ਖੁਦ ਉਹ ਆਪਣੇ ਅੰਗੂਠੇ ਵਗੈਰਾ ਲਾਏਗਾ ਔਰ ਹਰ ਦਫਾ 3 ਮਹੀਨੇ ਤੋਂ ਬਾਅਦ ਆਉਣ ਵਾਲੀ ਇਮਦਾਦ ਵੀ ਉਹ ਖੁਦ ਵਸੂਲ ਕਰੇਗਾ। ਅਗਰ ਉਹ ਨਹੀਂ ਕਰ ਸਕਦਾ ਤੇ ਫਿਰ ਉਸ ਦੇ ਘਰ ਦੇ ਵਿੱਚੋਂ ਕੋਈ ਵੀ ਐਸਾ ਫਰਦ ਜਿਹਦੇ ਤੇ ਉਹ ਭਰੋਸਾ ਰੱਖਦਾ ਹੋਵੇ, ਉਹਦੀ ਮਾਂ ਹੈ, ਬਾਪ ਹੈ, ਭੈਣ ਹੈ, ਭਾਈ ਹੈ, ਉਹਨੂੰ ਉਹ ਨੋਮੀਨੇਟ ਕਰ ਸਕਦਾ ਆ, ਉਹ ਉਹਦੀ ਇਮਦਾਦ ਵਸੂਲ ਕਰੇਗਾ। ਮੇਰਾ ਖਿਆਲ ਹੈ ਤਕਰੀਬਨ ਸਾਰੀਆਂ ਗੱਲਾਂ ਹੀ ਮੈਂ ਦੱਸ ਦਿੱਤੀਆਂ ਨੇ। ਅਗਰ ਕੋਈ ਗੱਲ ਰਹਿ ਗਈ ਹੋਵੇ ਤੇ ਦੁਬਾਰਾ ਤੁਸੀਂ ਕਮੈਂਟ ਕਰ ਸਕਦੇ ਹੋ, ਮੈਂ ਤੁਹਾਡੀ ਗੱਲ ਦਾ ਰਿਪਲਾਈ ਦੇਵਾਂਗਾ, ਦੁਬਾਰਾ ਇਸ ਮੌਜੂਦ ਉੱਤੇ ਵੀ ਵੀਡੀਓ ਬਣਾਵਾਂਗਾ। ਓਕੇ, ਅੱਲਾ ਹਾਫਿਜ਼।